हेलो स्टूडेंट्स अगेन एक ਤੁਹਾਡੇ ਲਈ ਅੱਜ ਨਵੀਂ ਵੀਡੀਓ ਲੈ ਕੇ ਆਏ ਜਿਸ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਮਾਡਲਸ ਨੂੰ। ਮਾਡਲਸ ਬੇਸਿਕਲੀ ਸਟੂਡੈਂਟਸ ਨੂੰ ਕਨਫਿਊਜ਼ ਕਰਦੇ ਆ ਵੀ ਕਿਸ ਤਰੀਕੇ ਨਾਲ ਇਹਨਾਂ ਨੂੰ ਯੂਜ਼ ਕਰਨਾ ਜਾਂ ਕਦੋਂ ਇਹਨਾਂ ਨੂੰ ਯੂਜ਼ ਕਰਦੇ ਆ, ਇਹਨਾਂ ਦੇ ਟੈਂਸਸ ਕੀ ਹੁੰਦੇ ਆ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਮਾਡਲਸ ਨੂੰ ਯੂਜ਼ ਕਰਨਾ ਔਰ ਉਸ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਮਾਡਲਸ ਐਕਚੁਅਲ ਦੇ ਵਿੱਚ ਹੈ ਕੀ ਆ। ਸੋ ਸਟੂਡੈਂਟਸ ਫਸਟ ਆਫ ਆਲ ਇੱਕ ਰਿਕੁਐਸਟ ਹੈਗੀ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਜਿਹੜੀ ਆ ਕਲੀਅਰ ਹੋ ਸਕੇ और ਤੁਹਾਨੂੰ ਕੋਈ ਵੀ ਡਾਊਟ ਜਿਹੜਾ ਨਾ ਰਹੇ ਕਿਉਂਕਿ ਬਹੁਤ ਵਾਰੀ ਤੁਸੀਂ ਵੀਡੀਓ ਵਿੱਚੋਂ ਹੀ ਮਿਸ ਕਰ ਦਿੰਦੇ ਆ ਜਾਂ ਫਿਰ ਤੁਸੀਂ ਫਾਰਵਰਡ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਆ ਜਿਹਦੇ ਨਾਲ ਕੁਝ ਕੁ ਚੀਜ਼ਾਂ ਕਲੀਅਰ ਨਹੀਂ ਹੋ ਸਕਦੀਆਂ। ਸੋ ਵੀਡੀਓ ਨੂੰ ਜ਼ਰੂਰ ਦੇਖਿਓ ਔਰ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਆਪਾਂ ਮਾਡਲਸ ਨੂੰ ਇੰਗਲਿਸ਼ ਦੇ ਵਿੱਚ ਯੂਜ਼ ਕਰਨਾ ਐਂਡ ਇਹਨਾਂ ਦੀ ਇੰਪੋਰਟੈਂਸ ਕੀ ਹੈਗੀ ਆ। ਸੋ ਫਸਟ ਆਫ ਆਲ ਅਗਰ ਆਪਾਂ ਦੇਖੀਏ ਤੇ ਮਾਡਲ ਵਰਡ ਜਿਸ ਨੂੰ ਸਮਟਾਈਮਸ ਵਿਚ ਇਜ਼ ਆਲਸੋ ਸਮਟਾਈਮਸ ਕਾਲਡ ਮੋਡਲਸ। ਸੋ ਮਾਡਲ ਵੀ ਬੋਲਦੇ ਆ, ਮੋਡਲਸ ਵੀ ਬੋਲਦੇ ਆ, ਦੋਨੋਂ ਤਰੀਕੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕਰ ਸਕਦੇ ਆ। ਵਾਟ ਆਰ ਮਾਡਲਸ? ਮੋਡਲਸ ਆਰ ਬੇਸਿਕਲੀ ਕੁਝ ਵਰਡ ਹੀ ਇੰਗਲਿਸ਼ ਦੇ ਵਿੱਚ ਜਿਹੜੇ ਯੂਜ਼ ਕੀਤੇ ਜਾਂਦੇ ਆ ਡਿਫਰੈਂਟ ਕਾਈਂਡ ਆਫ ਸੈਂਟੈਂਸਸ ਨੂੰ ਬਣਾਉਣ ਦੇ ਲਈ। ਸੋ ਇਹ ਕਿਹੜੇ ਵਰਡ ਨੇ ਪਹਿਲਾਂ ਆਪਾਂ ਇਹਨਾਂ ਨੂੰ ਦੇਖ ਲੈਂਦੇ ਆ। ਜਿਵੇਂ ਕਿ ਸਾਡੇ ਕੋਲ ਹੈਗਾ ਕੈਨ, ਕੁਡ, ਵੁੱਡ, ਸ਼ੁੱਡ, ਮਸਟ, ਮੇ, ਮਾਈਟ, ਵਿਲ, ਸ਼ੈਲ, ਆਊਟ ਟੂ, ਯੂਜ਼ ਟੂ, ਹੈਵ ਟੂ, ਨੀਡ ਟੂ ਐਂਡ ਡੇਅਰ। ਸੋ ਆਲ ਥੀਸ ਵਰਡਸ ਆਰ ਕਾਲਡ ਮੋਡਲਸ। ਸੋ ਬੇਸਿਕਲੀ ਇਹਨਾਂ ਦਾ ਜਿਹੜਾ ਯੂਜ਼ ਹੈਗਾ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਆ for example whenever you want to talk about the duties of someone that you should do like this or that। so ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਕਿਸੇ ਨੂੰ ਕਿਸੇ ਦੀ ਡਿਊਟੀ ਦੱਸਣ ਦੇ ਲਈ, ਕਿਸੇ ਨੂੰ ਕਿਸੇ ਦੀ ਰਿਸਪੌਂਸਿਬਿਲਿਟੀ ਦੱਸਣ ਦੇ ਲਈ, ਅਬਿਲਿਟੀ ਕੈਪੇਬਿਲਿਟੀ ਦੀ ਗੱਲ ਕਰਨੀ ਹੋਵੇ ਜਦੋਂ ਆਪਾਂ, ਜਾਂ ਫਿਰ ਪੋਸਿਬਿਲਿਟੀ, obligation ਔਰ necessity means ਕਿ something is important then we can say that it is necessity। or duty someone has to do, ਸੋ ਉਹ ਸਾਡੀ ਡਿਊਟੀ ਹੋ ਸਕਦੀ ਆ। ਪੋਸਿਬਿਲਿਟੀ ਕਿਸੇ ਨਾ ਕੁਛ ਨਾ ਕੁਛ ਹੋਣ ਦੀ ਜਿਹੜੀ ਸੰਭਾਵਨਾ ਹੈ ਉਹਨੂੰ ਪੋਸਿਬਿਲਿਟੀ ਕਿਹਾ ਜਾਂਦਾ। ਸੋ ਉਸ ਕੰਮ ਦੇ ਲਈ ਇਹਨਾਂ ਨੂੰ ਯੂਜ਼ ਕੀਤਾ ਜਾਂਦਾ। ਨੈਕਸਟ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਮਾਡਲਸ ਦੇ ਬਾਰੇ ਦੇ ਵਿੱਚ ਉਹ ਹੈਗੀ ਆ ਕਿ ਮਾਡਲਸ ਦਾ ਕੋਈ ਟੈਂਸ ਨਹੀਂ ਹੁੰਦਾ। ਜਿਸ ਤਰੀਕੇ ਨਾਲ ਅਸੀਂ ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ ਟੈਂਸਸ ਕਰਦੇ ਆ, ਮਾਡਲਸ ਦਾ ਬੇਸਿਕਲੀ ਕੋਈ ਟੈਂਸ ਨਹੀਂ ਹੁੰਦਾ। ਇਹਨਾਂ ਨੂੰ ਯੂਜ਼ ਕੀਤਾ ਜਾ ਸਕਦਾ ਆ। ਦੇ ਕੈਨ ਬੀ ਯੂਜ਼ਡ ਇਨ ਡਿਫਰੈਂਟ ਵੇਜ਼, ਫॉर ਐਗਜ਼ਾਮਪਲ ਪਾਸਟ, ਪ੍ਰੈਜ਼ੈਂਟ ਐਂਡ ਫਿਊਚਰ। ਇਹਨਾਂ ਨੂੰ ਅਲੱਗ-ਅਲੱਗ ਤਰੀਕੇ ਨਾਲ ਯੂਜ਼ ਕੀਤਾ ਜਾ ਸਕਦਾ ਹੈ ਅਕੋਰਡਿੰਗ ਟੂ ਕੰਟੈਕਸਟ। ਇਹਦਾ ਮੀਨਿੰਗ ਸਾਨੂੰ ਸਮਝਣਾ ਪੈਂਦਾ। ਸੋ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕਿ ਸਾਡਾ ਵੁੱਡ ਹੈਗਾ, ਵੁੱਡ ਪ੍ਰੈਜ਼ੈਂਟ ਲਈ ਵੀ ਯੂਜ਼ ਹੋਊਗਾ, ਵੁੱਡ ਪਾਸਟ ਲਈ ਵੀ ਯੂਜ਼ ਹੋਊਗਾ ਔਰ ਸੇਮ ਤਰੀਕੇ ਦੇ ਨਾਲ ਸੈਂਟੈਂਸ ਬਣੂਗਾ। ਬਟ ਵੀ ਹੈਵ ਟੂ ਆਇਡੈਂਟੀਫਾਈ ਵੈਦਰ ਵੀ ਆਰ ਯੂਜ਼ਿੰਗ ਇਟ ਫॉर ਪ੍ਰੈਜ਼ੈਂਟ ਔਰ ਪਾਸਟ। ਸਾਨੂੰ ਆਇਡੈਂਟੀਫਾਈ ਕਰਨਾ ਪੈਣਾ ਕਿ ਪਾਸਟ ਲਈ ਯੂਜ਼ ਹੋ ਰਿਹਾ ਜਾਂ ਪ੍ਰੈਜ਼ੈਂਟ ਲਈ ਯੂਜ਼ ਹੋ ਰਿਹਾ। ਸੋ ਇਟ ਮੀਨਸ ਕਿ ਇਹਦਾ ਕੋਈ ਟੈਂਸ ਨਹੀਂ ਹੁੰਦਾ, ਸਮਝਣੇ ਪੈਂਦੇ ਆ, ਪ੍ਰੈਕਟਿਸ ਦੀ ਜ਼ਰੂਰਤ ਹੈਗੀ ਆ। ਲਾਸਟ ਥਿੰਗ ਜਿਹੜੀ ਆ ਮਾਡਲਸ ਦੇ ਅਬਾਊਟ ਇੱਕ ਇੰਪੋਰਟੈਂਟ ਚੀਜ਼ ਹੈਗੀ ਆ ਕਿ ਕਾਂਟ ਸਟੈਂਡ ਅਲੋਨ। ਮੋਡਲਸ ਜਿਹੜੇ ਹੈਗੇ ਆ ਇਕੱਲੇ ਸਟੈਂਡ ਨਹੀਂ ਕਰ ਸਕਦੇ। ਮੀਨ ਕਿ ਅਗਰ ਅਸੀਂ ਕੈਨ ਨੂੰ ਇਕੱਲਾ ਲਿਖ ਦਵਾਂਗੇ ਤੇ ਇਹਦਾ ਮੀਨਿੰਗ ਕੁਝ ਨਹੀਂ ਆਊਗਾ। ਮੋਡਲਸ ਆਲਵੇਜ਼ ਨੀਡ ਅ ਵਰਬ। ਮੋਡਲਸ ਨੂੰ ਆਪਣੇ ਨਾਲ ਹਮੇਸ਼ਾ ਹੀ ਇੱਕ ਵਰਬ ਦੀ ਫਾਰਮ ਚਾਹੀਦੀ ਆ ਤਾਂ ਹੀ ਆਪਣਾ ਮੀਨਿੰਗ ਦੇ ਸਕਦੇ ਆ। ਅਦਰਵਾਈਜ਼ ਇਹਨਾਂ ਨੂੰ ਇਕੱਲੇ ਯੂਜ਼ ਕਰਾਂਗੇ ਤੇ ਆਪਣਾ ਮੀਨਿੰਗ ਨਹੀਂ ਦੇਣਗੇ। ਸੋ ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਮਾਡਲ, ਇਹ ਸੀਗੀ ਕੁਝ ਬੇਸਿਕ ਇਨਫੋਰਮੇਸ਼ਨ ਅਬਾਊਟ ਦਾ ਮਾਡਲਸ। ਸੋ ਹੁਣ ਅਸੀਂ 1 ਬਾਈ 1 ਜਿਹੜਾ ਆ ਸਾਰੇ ਮਾਡਲਸ ਨੂੰ ਕਰਾਂਗੇ। ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਪਾਰਟਿਕੂਲਰਲੀ ਫੋਕਸ ਕਰਾਂਗੇ ਓਨਲੀ ਔਨ ਕੈਨ ਐਂਡ ਕੁਡ ਐਂਡ ਬਾਕੀ ਜਿਹੜੇ ਮਾਡਲਸ ਹੈਗੇ ਆ ਮੈਂ ਤੁਹਾਡੇ ਲਈ ਅਲੱਗ-ਅਲੱਗ ਪਾਰਟਸ ਦੇ ਵਿੱਚ ਸਾਰੇ ਮਾਡਲਸ ਨੂੰ ਕਲੀਅਰ ਕਰੂੰਗਾ। ਸੋ ਲੈਟਸ ਗੈਟ ਸਟਾਰਟਡ ਐਂਡ ਸੀ ਹਾਊ ਵੀ ਕੈਨ ਯੂਜ਼ ਕੈਨ ਐਂਡ ਕੁਡ। ਸੋ ਫਸਟ ਆਫ ਆਲ ਇਫ ਵੀ ਟੇਕ ਅ ਲੁੱਕ, ਅਗਰ ਆਪਾਂ ਪਹਿਲਾਂ ਕੈਨ ਨੂੰ ਦੇਖੀਏ ਤਾਂ ਸਟੂਡੈਂਟ ਕੈਨ ਕਦੋਂ ਯੂਜ਼ ਹੋਊਗਾ? ਕੈਨ ਸਾਡਾ ਪ੍ਰੈਜ਼ੈਂਟ ਐਂਡ ਫਿਊਚਰ ਦੋਨੋਂ ਹੀ ਟੈਂਸਸ ਦੇ ਵਿੱਚ ਯੂਜ਼ ਹੋ ਸਕਦਾ ਆ। ਆਪਾਂ ਦੇਖ ਲਈਏ ਸਟਰਕਚਰ। ਸੋ ਫਸਟ ਆਫ ਆਲ ਅਗਰ ਜੇਕਰ ਸਾਡਾ ਸਟਰਕਚਰ ਦੇਖੀਏ ਤਾਂ ਤੁਸੀਂ ਦੇਖ ਸਕਦੇ ਆ ਵੀ ਕੈਨ ਹੈਵ ਸਬਜੈਕਟ, ਦੈਨ ਵੀ ਹੈਵ ਟੂ ਯੂਜ਼ ਕੈਨ ਐਂਡ ਕੈਨ ਦੇ ਨਾਲ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਕੇ ਆਇਆ ਕਿ ਸਾਨੂੰ ਵਰਬ ਦੀ ਫਾਰਮ ਯੂਜ਼ ਕਰਨੀ ਹੀ ਪੈਣੀ ਹੈ। ਸੋ ਇਸ ਦੇ ਨਾਲ ਵਰਬ ਦੀ ਫਸਟ ਫਾਰਮ ਯੂਜ਼ ਹੋਊਗੀ ਐਂਡ ਦੈਨ ਵੀ ਕੈਨ ਯੂਜ਼ ਆਬਜੈਕਟ। ਸੋ ਦਿਸ ਇਜ਼ ਦਾ ਸਟਰਕਚਰ। ਇਹ ਸਟਰਕਚਰ ਹੈਗਾ ਜਿਸ ਤਰੀਕੇ ਨਾਲ ਅਸੀਂ ਸੈਂਟੈਂਸ ਬਣਾਉਣੇ ਆ ਕੈਨ ਦੇ ਨਾਲ। ਔਰ ਸਟੂਡੈਂਟਸ ਇਹ ਐਕਟਿਵ ਸੈਂਟੈਂਸ ਦਾ ਸਟਰਕਚਰ ਆ, ਪੈਸਿਵ ਦਾ ਆਪਾਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਸੋ ਕਦੋਂ ਯੂਜ਼ ਕਰਾਂਗੇ ਆਪਾਂ ਕੈਨ ਨੂੰ? ਕੈਨ ਦੇ ਬੇਸਿਕਲੀ ਸਟੂਡੈਂਟਸ ਤਿੰਨ ਯੂਜ਼ ਹੈਗੇ ਆ। ਅਬਿਲਿਟੀ ਜਾਂ ਫਿਰ ਪਾਵਰ ਜਦੋਂ ਸ਼ੋ ਕਰਨ ਦੀ ਗੱਲ ਕਰਦੇ ਆ ਉਦੋਂ ਆਪਾਂ ਕੈਨ ਨੂੰ ਯੂਜ਼ ਕਰਦੇ ਆ। whenever we have to talk about the possibility, ਸੋ ਉਦੋਂ ਵੀ ਆਪਾਂ ਯੂਜ਼ ਕਰਦੇ ਇਸ ਨੂੰ। ਪੋਸਿਬਿਲਿਟੀ ਜਦੋਂ ਕਾਫੀ ਹੁੰਦੀ ਕਿਸੇ ਚੀਜ਼ ਦੇ ਹੋਣ ਦੀ ਸੰਭਾਵਨਾ ਜਦੋਂ ਜ਼ਿਆਦਾ ਹੁੰਦੀ ਆ ਉਦੋਂ ਵੀ ਅਸੀਂ ਕੈਨ ਨੂੰ ਯੂਜ਼ ਕਰ ਸਕਦੇ ਆ। ਐਂਡ ਦੈਨ ਵੀ ਯੂਜ਼ ਇਟ ਫॉर the permission, whenever we have to take permission from someone ਉਦੋਂ ਵੀ ਅਸੀਂ ਕੈਨ ਨੂੰ ਯੂਜ਼ ਕਰਦੇ ਆ। ਐਗਜ਼ਾਮਪਲਸ ਦੇ ਨਾਲ ਦੇਖਦੇ ਆਪਾਂ। ਸੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਕੈਨ ਯੂਜ਼ ਕੀਤਾ ਜਾ ਸਕਦਾ ਅਬਿਲਿਟੀ ਜਾਂ ਫਿਰ ਪਾਵਰ ਨੂੰ ਸ਼ੋ ਕਰਨ ਦੇ ਲਈ। ਪਾਵਰ ਮੀਨਸ ਕੀ ਆ ਕਿ ਮੈਂ ਕੀ ਕਰ ਸਕਦਾ ਹਾਂ ਜਾਂ ਮੇਰੇ ਵਿੱਚ ਕਿਸ ਚੀਜ਼ ਦੀ ਅਬਿਲਿਟੀ ਹੈਗੀ ਆ, ਉਹਦੇ ਲਈ ਆਪਾਂ ਕਿਵੇਂ ਯੂਜ਼ ਕਰਾਂਗੇ। ਜਿਵੇਂ ਕਿ ਮੈਂ ਇੱਕ ਸੈਂਟੈਂਸ ਲਿਖਿਆ ਹੋਇਆ,
I can beat you। I can beat you means मैं ਤੁਹਾਨੂੰ ਕੁੱਟ ਸਕਦਾ ਹਾਂ। It means क्या कि मैं अपनी ਜਿਹੜੀ ਪਾਵਰ ਜਾਂ ਫਿਰ ਅਬਿਲਿਟੀ ਸ਼ੋ ਕਰ ਰਿਹਾ ਹਾਂ ਇੱਥੇ। ਸੋ ਮੈਂ ਇਹ ਕੰਮ ਕਰ ਸਕਦਾ ਹਾਂ, ਇਸ ਕੰਮ ਨੂੰ ਕਰਨ ਦੇ ਲਈ ਮੇਰੇ ਵਿੱਚ ਪਾਵਰ ਹੈਗੀ ਆ ਜਾਂ ਅਬਿਲਿਟੀ ਹੈਗੀ ਆ, ਇਸ ਕਰਕੇ ਅਸੀਂ ਇੱਥੇ can ਨੂੰ ਯੂਜ਼ ਕੀਤਾ ਕਿ I can beat you। Then we have next sentence, she can clear this exam, sorry, she can clear this exam। ਹੁਣ ਇਹ ਐਗਜ਼ਾਮ ਉਹ ਕਲੀਅਰ ਕਰ ਸਕਦੀ ਹੈ। ਇਟ ਮੀਨਸ ਕੀ ਹੈ ਕਿ she has ability, she has capability to clear that exam। ਉਹਦੇ ਵਿੱਚ ਕੈਪੇਬਿਲਿਟੀ ਹੈਗੀ ਆ ਕਿ ਉਸ ਐਗਜ਼ਾਮ ਨੂੰ ਕਰਨ ਦੇ ਲਈ ਉਹਦੇ ਅੰਦਰ ਇੱਕ ਅਬਿਲਿਟੀ ਜਾਂ ਇੱਕ ਕੈਪੇਬਿਲਿਟੀ ਹੈਗੀ ਆ, ਸੋ ਉਹ ਇਸ ਐਗਜ਼ਾਮ ਨੂੰ ਕਲੀਅਰ ਕਰ ਸਕਦੀ ਹੈ। ਸੋ ਅਗੇਨ we are using it for showing our ability। ਅਸੀਂ ਇਹ ਦੱਸਣ ਲਈ ਯੂਜ਼ ਕਰਦੇ ਹਾਂ ਕਿ ਮੇਰੇ ਵਿੱਚ ਇਹ ਅਬਿਲਿਟੀ ਹੈਗੀ ਆ ਕਿ ਮੈਂ ਇਸ ਤਰੀਕੇ ਦੇ ਨਾਲ ਕਰ ਸਕਦਾ ਹਾਂ। ਹੋਰ ਸੈਂਟੈਂਸਸ ਅਸੀਂ ਬਣਾ ਸਕਦੇ ਹਾਂ, I can teach English, ਮੈਂ ਤੁਹਾਨੂੰ ਇੰਗਲਿਸ਼ ਸਿਖਾ ਸਕਦਾ ਹਾਂ। You can learn English, ਤੁਸੀਂ ਇੰਗਲਿਸ਼ ਸਿੱਖ ਸਕਦੇ ਹੋ। ਸੋ ਸਟੂਡੈਂਟਸ ਇਸ ਤਰੀਕੇ ਦੇ ਨਾਲ ਅਸੀਂ ਜਿਹੜਾ ਆ ਇਹਨਾਂ ਸੈਂਟੈਂਸਸ ਨੂੰ ਯੂਜ਼ ਕਰਨਾ, ਬਾਅਦ ਦੇ ਵਿੱਚ ਆਪਾਂ ਐਕਸਰਸਾਈਜ਼ ਵੀ ਕਰਾਂਗੇ। ਫਸਟ ਆਫ ਆਲ ਆਪਾਂ ਯੂਜ਼ ਦੇਖ ਲਈਏ ਸਾਰੇ। ਸੋ ਨੈਕਸਟ ਯੂਜ਼ ਜਿਹੜਾ ਹੈਗਾ ਸਾਡਾ ਸਟੂਡੈਂਟਸ ਹੋਏਗਾ ਪੋਸੀਬਿਲਿਟੀ ਦਾ। whenever there is a huge possibility of something happening, ਕੁਛ ਨਾ ਕੁਛ ਹੋਣ ਦੀ ਜਦੋਂ ਬਹੁਤ ਜ਼ਿਆਦਾ ਪੋਸੀਬਿਲਿਟੀ ਹੁੰਦੀ ਹੈ ਉਦੋਂ ਆਪਾਂ can ਨੂੰ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਕਿ ਅਸੀਂ ਇੱਕ ਹਸਪੀਟਲ ਦੇ ਵਿੱਚ ਆ ਤੇ ਇੱਕ ਵਿਅਕਤੀ ਉੱਥੇ ਜਿਹੜਾ ਆ ਵਾਈਟ ਕੋਟ ਪਾ ਕੇ ਘੁੰਮ ਰਿਹਾ, ਸੋ ਅਸੀਂ ਇੱਕ ਅੰਦਾਜ਼ਾ ਲਗਾਉਂਦੇ ਆ ਕਿ ਹੀ ਕੈਨ ਬੀ ਅ ਡਾਕਟਰ, ਉਹ ਇੱਕ ਡਾਕਟਰ ਹੋ ਸਕਦਾ ਹੈ। ਕਿ ਫੋਰ ਐਗਜ਼ਾਮਪਲ ਕਿ ਅਸੀਂ ਡਾਕਟਰ ਨੂੰ ਲੱਭ ਰਹੇ ਹਾਂ ਤੇ ਸਾਨੂੰ ਇੱਕ ਵਿਅਕਤੀ ਦਿਸਦਾ ਜਿਹਨੇ ਵਾਈਟ ਕੋਟ ਪਾਇਆ ਹੋਇਆ, ਤਾਂ ਅਸੀਂ ਵੀ ਕੈਨ ਸੇ ਦੈਟ ਹੀ ਕੈਨ ਬੀ ਅ ਡਾਕਟਰ। ਸੋ ਅਸੀਂ ਉੱਥੇ ਇੱਕ ਪੋਸੀਬਿਲਿਟੀ, ਇੱਕ ਅੰਦਾਜ਼ਾ, ਇੱਕ ਸੰਭਾਵਨਾ ਦੀ ਗੱਲ ਕਰਦੇ ਹਾਂ। ਸੋ ਅਗੇਨ ਦੈਨ he can be ਵਰਬ ਦੀ ਫਸਟ ਫਾਰਮ ਮੀਨਸ ਹੋਣਾ ਦੱਸ ਰਹੀ ਆ। ਸੋ he can be a doctor, ਉਹ ਇੱਕ ਡਾਕਟਰ ਹੋ ਸਕਦਾ ਹੈ, ਇਸ ਕਰਕੇ ਆਪਾਂ ਇਹਨੂੰ ਜਿਹੜਾ ਪੋਸੀਬਿਲਿਟੀ ਲਈ ਯੂਜ਼ ਕਰਦੇ ਹਾਂ। ਹੋਰ ਤਰੀਕੇ ਦੀ ਅਗਰ ਆਪਾਂ ਗੱਲ ਕਰੀਏ ਤਾਂ ਸਟੂਡੈਂਟਸ ਵੀ ਕੈਨ ਸੇ ਦੈਟ ਇਟ ਕੈਨ ਬੀ ਡੇਂਜਰਸ, ਇਹ ਖਤਰਨਾਕ ਹੋ ਸਕਦਾ ਹੈ। ਜਾਂ ਮੈਂ ਕਹਿ ਦਵਾਂ ਕਿ ਆਪਾਂ ਇੱਕ ਹੋਰ ਸੈਂਟੈਂਸ ਬਣਾ ਲਈਏ ਕਿ ਪਲੇਇੰਗ ਵਿਦ ਫਾਇਰ ਕੈਨ ਬੀ ਡੇਂਜਰਸ, ਸੰਭਾਵਨਾ ਹੈਗੀ ਆ ਕਿ ਜੇਕਰ ਆਪਾਂ ਅੱਗ ਦੇ ਨਾਲ ਖੇਡਦੇ ਹਾਂ ਤੇ ਸਾਡੇ ਲਈ ਖਤਰਨਾਕ ਹੋ ਸਕਦਾ ਹੈ। ਸੋ ਅਗੇਨ ਵੀ ਆਰ ਯੂਜ਼ਿੰਗ ਦਾ ਕੈਨ ਫॉर ਪੋਸੀਬਿਲਿਟੀ। ਐਂਡ ਪੋਸੀਬਿਲਿਟੀ ਇਹ ਹੁੰਦੀ ਹੈ ਕਿ ਜਦੋਂ ਕੁਛ ਨਾ ਕੁਛ ਕੰਮ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਆ। ਕਹਿੰਦਾ ਮੈਨੂੰ 60% ਆਪਾਂ ਕਹਿ ਸਕਦੇ ਹਾਂ, ਇਸ ਤੋਂ ਪਲੱਸ ਵੀ ਹੋਣਗੇ ਤਾਂ ਵੀ ਆਪਾਂ ਕੈਨ ਯੂਜ਼ ਕਰਾਂਗੇ ਕਿ ਜਦੋਂ ਆਪਾਂ ਇਸ ਤਰੀਕੇ ਨਾਲ ਕਰਾਂਗੇ ਤਾਂ ਇਸ ਤਰੀਕੇ ਨਾਲ ਹੋਣ ਦੇ ਚਾਂਸਸ ਹੋਣਗੇ, ਉਦੋਂ ਆਪਾਂ ਕੈਨ ਨੂੰ ਐਜ਼ ਅ ਪੋਸੀਬਿਲਿਟੀ ਲਈ ਯੂਜ਼ ਕਰਦੇ ਹਾਂ। ਨੈਕਸਟ ਯੂਜ਼ ਹੈਗਾ ਸਟੂਡੈਂਟਸ ਪਰਮਿਸ਼ਨ। whenever we have to take permission from someone, ਕਿ ਮੈਂ ਇਸ ਤਰ੍ਹਾਂ ਕਰ ਸਕਦਾ ਹਾਂ, ਕਿ ਮੈਂ ਆ ਖਾ ਸਕਦਾ ਹਾਂ, ਜਦੋਂ ਆਪਾਂ ਪਰਮਿਸ਼ਨ ਲੈਣੀ ਹੈ ਕਿਸੇ ਦੇ ਕੋਲੋਂ then we can use can again। in this sentence the structure ਜਿਹੜਾ ਸਟੂਡੈਂਟ ਚੇਂਜ ਹੋ ਜਾਊਗਾ। can ਕਿਉਂਕਿ ਆਪਾਂ ਕੁਐਸਚਨ ਦੇ ਤੌਰ ਤੇ ਇਹਨੂੰ ਯੂਜ਼ ਕਰਾਂਗੇ, ਸੋ can ਅੱਗੇ ਆ ਜਾਊਗਾ, ਸਬਜੈਕਟ ਸਾਡਾ ਪਿੱਛੇ ਚੱਲ ਜਾਊਗਾ। ਸੋ how can we can say, ਸੋ can I take your pen please, ਕੀ ਮੈਂ ਤੁਹਾਡਾ ਪੈਨ ਲੈ ਸਕਦਾ ਹਾਂ। ਸੋ ਕਿਸੇ ਹੋਰ ਦੇ ਕੋਲੋਂ ਆਪਾਂ ਪਰਮਿਸ਼ਨ ਲੈ ਰਹੇ ਹਾਂ ਕਿ ਕੀ ਮੈਂ ਤੁਹਾਡਾ ਪੈਨ ਲੈ ਸਕਦਾ, ਸੋ ਦੈਨ ਵੀ ਕੈਨ ਯੂਜ਼ ਕੈਨ। ਸੋ ਇਸ ਤਰੀਕੇ ਨਾਲ ਸਟੂਡੈਂਟਸ ਬੇਸਿਕਲੀ ਇਹ ਸਾਡੇ ਜਿਹੜੇ ਕੈਨ ਦੇ ਯੂਜ਼ ਸੀਗੇ। ਇਸ ਦੇ ਨਾਲ ਹੀ ਆਪਾਂ ਇੱਕ ਵਾਰੀ ਕੁਡ ਨੂੰ ਵੀ ਦੇਖ ਲਈਏ, ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਐਕਸਰਸਾਈਜ਼ ਕਰਾਂਗੇ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਆਪਾਂ ਫਰਦਰ ਯੂਜ਼ ਕਰਨਾ। ਸੋ ਕੁਡ ਤੇ ਅਗਰ ਤਾਂ ਆਪਾਂ ਦੇਖੀਏ ਤੇ ਸਟੂਡੈਂਟਸ could is past of can, could ਸਾਡਾ can ਦਾ past ਹੁੰਦਾ। it means ਕਿ can ਨੂੰ ਅਸੀਂ ਸਿਰਫ present and future ਲਈ ਤਾਂ ਯੂਜ਼ ਕਰਦੇ ਹਾਂ ਬਟ past ਲਈ ਯੂਜ਼ ਨਹੀਂ ਕਰ ਸਕਦੇ। past ਦੇ ਵਿੱਚ ਸਾਨੂੰ ਯੂਜ਼ ਜਾਣ ਦੇ ਲਈ can ਦੀ ਜਗ੍ਹਾ ਤੇ ਵਰਤਣਾ ਪੈਣਾ ਹੈ could, that is past of can, ਜਿਹੜਾ ਕਿ can ਦਾ past ਹੈ। ਸੋ ਇਹਨੂੰ ਵੀ ਸਟਰਕਚਰ ਸਟੂਡੈਂਟ ਸੇਮ ਰਹੂਗਾ, ਸਬਜੈਕਟ ਪਲੱਸ could ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ, ਉਸ ਤਰੀਕੇ ਨਾਲ ਹੀ ਯੂਜ਼ ਹੋਣਾ। ਕੰਟੈਕਸਟ ਦੇ ਵਿੱਚ ਇਹਨੂੰ ਸਮਝਾਂਗੇ। ਅਬਿਲਿਟੀ ਪਾਵਰ ਇਨ ਪਾਸਟ, ਪਾਸਟ ਦੇ ਵਿੱਚ ਆਪਣੀ ਅਬਿਲਿਟੀ ਸ਼ੋ ਕਰਨ ਦੇ ਲਈ ਅਸੀਂ ਕੈਨ ਨੂੰ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਤੇ I could lift 50 kg weight when I was young। ਹੁਣ ਇਟ ਮੀਨਸ ਕੀ ਹੋ ਗਿਆ ਕਿ ਆ ਜਿਹੜਾ ਸੈਂਟੈਂਸ ਸਾਨੂੰ ਦੱਸਦਾ ਪਿਆ ਕਿ ਮੈਂ ਇਸ ਨੂੰ ਪਾਸਟ ਲਈ ਯੂਜ਼ ਕਰਦਾ ਪਿਆ, ਕਿਉਂਕਿ ਉਹ ਕਹਿ ਰਿਹਾ ਕਿ ਜਦੋਂ ਮੈਂ ਯੰਗ ਸੀ ਉਦੋਂ ਮੈਂ 50 kg weight ਜਿਹੜਾ ਚੱਕ ਸਕਦਾ ਸੀ। ਇਟ ਮੀਨਸ ਕੀ ਕਿ ਹੁਣ ਮੇਰੇ ਵਿੱਚ ਉਹ ਕੈਪੇਬਿਲਿਟੀ ਨਹੀਂ ਹੈਗੀ, ਮੈਂ ਆਪਣੀ ਪਾਸਟ ਦੀ ਅਬਿਲਿਟੀ ਦੀ ਗੱਲ ਕਰ ਰਿਹਾ ਹਾਂ। ਹੁਣ ਮੈਂ ਜਿਹੜਾ 50 kg weight ਨਹੀਂ ਚੱਕ ਸਕਦਾ। ਜਾਂ ਫਿਰ ਇੱਕ ਹੋਰ ਐਗਜ਼ਾਮਪਲ ਆਪਾਂ ਲੈ ਲੈਣੇ ਸਟੂਡੈਂਟਸ, ਕਈ ਵਾਰੀ ਸਾਡੇ ਘਰ ਦੇ ਸਾਨੂੰ ਨਾਰਮਲੀ ਫੈਮਿਲੀ ਦੇ ਵਿੱਚ ਕਹਿੰਦੇ ਕਿ ਜਦੋਂ ਅਸੀਂ ਤੁਹਾਡੀ ਏਜ ਦੇ ਵਿੱਚ ਸੀਗੇ ਅਸੀਂ ਇਸ ਤਰੀਕੇ ਨਾਲ ਕਰ ਸਕਦੇ ਸੀ। ਇਹ ਵਾਲਾ ਕਾਮਨ ਹੈਗਾ, ਸਾਡੀ ਡੇਲੀ ਲਾਈਫ 'ਚ ਵਰਤੇ ਜਾਣ ਵਾਲੀ ਗੱਲ। ਸੋ ਉੱਥੇ ਵੀ ਅਸੀਂ ਕਹਿ ਸਕਦੇ ਹਾਂ ਜਿਵੇਂ ਕਿ ਸਾਡੇ ਪੇਰੈਂਟਸ ਕਈ ਵਾਰ ਸਾਨੂੰ ਕਹਿੰਦੇ ਆ ਕਿ when we were in your age we could run for ਜਾਂ we could do that work very easily। when we were in your age we could do that work very easily, ਕਿ ਜਦੋਂ ਅਸੀਂ ਤੁਹਾਡੀ ਏਜ ਦੇ ਵਿੱਚ ਸੀ ਅਸੀਂ ਇਹ ਕੰਮ ਬੜੀ ਆਸਾਨੀ ਨਾਲ ਕਰ ਸਕਦੇ ਸੀਗੇ। ਸੋ ਉਹ ਹੁਣ ਆਪਣੀ ਅਬਿਲਿਟੀ ਸ਼ੋ ਕਰਦੇ ਪਏ ਆ, ਬਟ ਕਦੋਂ ਦੀ ਅਬਿਲਿਟੀ ਸ਼ੋ ਕਰਦੇ ਪਏ ਆ,
ਪਾਸਟ ਦੀ, ਬਿਕੋਜ਼ ਨਾਓ ਦੇ ਡੂ ਨਾਟ ਹੈਵ ਦੈਟ ਕਾਈਂਡ ਆਫ ਐਬਿਲਿਟੀ। ਹੁਣ ਉਹਨਾਂ ਦੇ ਕੋਲ ਐਬਿਲਿਟੀ ਨਹੀਂ ਹੈਗੀ, ਇਸ ਕਰਕੇ ਇਸ ਨੂੰ ਪਾਸਟ ਵਿੱਚ ਯੂਜ਼ ਕਰਦੇ ਆ। ਸੋ ਨੈਕਸਟ ਯੂਜ਼ ਸਟੂਡੈਂਟਸ ਇਸੇ ਤਰ੍ਹਾਂ ਹੀ ਪੋਸੀਬਿਲਿਟੀ। ਪੋਸੀਬਿਲਿਟੀ ਦੇ ਲਈ ਜਦੋਂ ਅਸੀਂ ਕੁਡ ਨੂੰ ਯੂਜ਼ ਕਰਦੇ ਹਾਂ ਸੇਮ ਸਟਰਕਚਰ ਦੇ ਵਿੱਚ, ਤਾਂ ਇਹ ਯੂਜ਼ ਕੀਤਾ ਜਾਂਦਾ ਪ੍ਰੈਜ਼ੈਂਟ ਦੇ ਲਈ। ਸੋ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਨਾਂ ਦਾ ਟੈਂਸ ਕੋਈ ਨਹੀਂ ਹੈਗਾ, ਸਾਨੂੰ ਦੇਖਣਾ ਪੈਣਾ ਸੈਂਟੈਂਸ ਕੀ ਕਹਿ ਰਿਹਾ। ਸੋ ਪੋਸੀਬਿਲਿਟੀ ਜਦੋਂ ਬਹੁਤ ਘੱਟ ਹੁੰਦੀ ਆ ਆਪਾਂ ਕੁਡ ਨੂੰ ਯੂਜ਼ ਕਰਦੇ ਹਾਂ। ਐਗਜ਼ਾਮਪਲ ਦੇ ਤੌਰ ਤੇ ਸ਼ੀ ਕੁਡ ਬੀ ਅ ਟੀਚਰ। ਅਸੀਂ ਵੈਸੇ ਹੀ ਸਕੂਲ ਦੇ ਵਿੱਚ ਘੁੰਮ ਰਹੇ ਹਾਂ ਤੇ ਕੋਈ ਸਾਨੂੰ ਉੱਥੇ ਦੇਖ ਰਿਹਾ, ਮੰਨ ਲਓ ਕਿ ਲੇਡੀ ਜਾਂ ਕੋਈ ਵੀ ਦੇਖ ਰਿਹਾ, ਤੇ ਅਸੀਂ ਅੰਦਾਜ਼ਾ ਲਗਾ ਰਹੇ ਹਾਂ ਕਿ ਸ਼ਾਇਦ ਇਹ ਲੇਡੀ ਹੋਵੇ। ਸੋ ਅਸੀਂ ਪੋਸੀਬਿਲਿਟੀ ਦੀ ਗੱਲ ਕਰਦੇ ਹਾਂ, ਬਟ ਸਾਨੂੰ ਜ਼ਿਆਦਾ ਚਾਂਸਸ ਨਹੀਂ ਲੱਗਦੇ ਕਿ ਇਸ ਤਰੀਕੇ ਨਾਲ ਹੋ ਸਕਦਾ। ਸੋ ਦੈਨ ਵੀ ਕੈਨ ਸੇ ਦੈਟ ਸ਼ੀ ਕੁਡ ਬੀ ਅ ਟੀਚਰ। ਉਹ ਟੀਚਰ ਹੋ ਸਕਦੀ ਹੈ, ਬਟ ਐਗਜ਼ੈਕਟਲੀ ਵੀ ਆਰ ਨਾਟ ਸ਼ੋਰ, ਸਾਨੂੰ ਪਤਾ ਨਹੀਂ ਹੈਗਾ ਉਹਦੇ ਬਾਰੇ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਆਪਾਂ ਪੋਸੀਬਿਲਿਟੀ ਦੇ ਲਈ ਕੈਨ ਐਂਡ ਜਿਹੜਾ ਕੁਡ ਨੂੰ ਯੂਜ਼ ਕਰ ਸਕਦੇ ਹਾਂ। ਕੈਨ ਯੂਜ਼ ਕਰਾਂਗੇ ਤਾਂ ਵੀ ਕੈਨ ਸੇ ਸ਼ੀ ਕੈਨ ਬੀ ਅ ਟੀਚਰ। ਪੋਸੀਬਿਲਿਟੀ ਜ਼ਿਆਦਾ ਆ ਕਿ ਉਹ ਟੀਚਰ ਹੋ ਸਕਦੀ ਆ, ਬਟ ਜੇਕਰ ਆਪਾਂ ਕਹਾਂਗੇ ਕਿ ਸ਼ੀ ਕੁਡ ਬੀ ਅ ਟੀਚਰ, ਦੈਨ ਪੋਸੀਬਿਲਿਟੀ ਬਹੁਤ ਘੱਟ ਆ, ਅਸੀਂ ਇੱਕ ਅੰਦਾਜ਼ਾ ਲਗਾ ਰਹੇ ਹਾਂ। ਸੋ ਇਸ ਤਰੀਕੇ ਨਾਲ ਇਹਨੂੰ ਪੋਸੀਬਿਲਿਟੀ ਲਈ ਯੂਜ਼ ਕਰਦੇ ਹਾਂ। ਦੈਨ ਦਾ ਫਾਈਨਲ ਯੂਜ਼ ਪਰਮਿਸ਼ਨ। ਸੋ ਪਰਮਿਸ਼ਨ ਦੇ ਲਈ ਵੀ ਸਟੂਡੈਂਟਸ ਕੁਡ ਨੂੰ ਯੂਜ਼ ਕੀਤਾ ਜਾ ਸਕਦਾ ਆ, ਬਟ ਇਟ ਇਜ਼ ਯੂਜ਼ਡ ਫॉर polite request। ਜਦੋਂ ਅਸੀਂ ਕਿਸੇ ਨੂੰ ਨਿਮਰਤਾ ਦੇ ਨਾਲ polite request ਕਰਨੀ ਹੁੰਦੀ ਆ, then we use could। so how we can use it? could you give me your pen please, ਜਾਂ could you give me your bike please। ਸੋ ਇਸ ਤਰੀਕੇ ਦੇ ਨਾਲ ਆਪਾਂ could ਨੂੰ ਜਿਹੜਾ ਆ ਯੂਜ਼ ਕਰਦੇ ਜਦੋਂ ਅਸੀਂ ਕਿਸੇ ਤੋਂ ਪਰਮਿਸ਼ਨ ਲੈਣੀ ਹੋਵੇ। ਔਰ ਇਹ ਪਰਮਿਸ਼ਨ ਆਪਾਂ ਉਦੋਂ ਲੈਂਦੇ ਆ ਜਦੋਂ ਅਗਲਾ ਬੰਦਾ ਸਾਡੇ ਕੋਲੋਂ ਜਿਹੜਾ ਸਾਡੇ ਨਾਲ ਪੜਦਾ ਹੋ ਸਕਦਾ ਹੈ, ਬਟ ਆਪਾਂ ਉਹਨੂੰ ਨਿਮਰਤਾ ਨਾਲ ਗੱਲ ਕਰਨੀ ਆ, ਜਾਂ ਕੋਈ ਅਣਜਾਣ ਬੰਦੇ ਤੋਂ ਅਸੀਂ ਕੋਈ ਪਰਮਿਸ਼ਨ ਲੈਣੀ ਆ। so then we can use could। so could you give me your bike please। so ਇਸ ਕਰਕੇ ਜਿਹੜਾ ਆਪਾਂ ਪਰਮਿਸ਼ਨ ਲੈ ਸਕਦੇ ਹਾਂ ਇਸ ਤਰੀਕੇ ਦੇ ਨਾਲ ਸਟੂਡੈਂਟਸ। ਸੋ ਇਹ ਸੀਗੇ ਬੇਸਿਕ ਯੂਜ਼। ਹੁਣ ਆਪਾਂ ਅਗੇਨ ਜਿਹੜੇ ਆ ਕੁਝ ਕੁ ਸੈਂਟੈਂਸਸ ਬਣਾਉਂਦੇ ਆ ਔਰ ਸੈਂਟੈਂਸਸ ਦੇ ਥਰੂ ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਸਟੂਡੈਂਟਸ ਸਾਡੇ ਕੋਲ ਕੁਝ ਕੁ ਐਗਜ਼ਾਮਪਲਸ ਆ ਗਈਆਂ ਕੈਨ ਐਂਡ ਕੁਡ ਦੀਆਂ, ਤੇ ਹੁਣ ਆਪਾਂ ਦੇਖਾਂਗੇ ਕਿ ਕਿਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਯੂਜ਼ ਕੀਤਾ ਹੋਇਆ ਇੱਥੇ। ਸੋ ਫਸਟ ਆਫ ਆਲ ਵੀ ਹੈਵ ਸੈਂਟੈਂਸ ਆਈ ਕੈਨ ਪਲੇ ਕ੍ਰਿਕਟ। ਮੈਂ ਕ੍ਰਿਕਟ ਖੇਡ ਸਕਦਾ ਹਾਂ। It means कि what I am showing? I am showing my ability। ਇਹਨੂੰ ਆਪਾਂ use ਕਰ ਰਹੇ ਹਾਂ ਇੱਥੇ as a ability ਦੇ ਲਈ। Then we have the next sentence, we can learn English। ਅਸੀਂ English ਸਿੱਖ ਸਕਦੇ ਹਾਂ। Possibility ਹੈ, ਸੰਭਾਵਨਾ ਹੋ ਸਕਦੀ ਹੈ, ability ਵੀ ਹੋ ਸਕਦੀ ਹੈ ਕਿ ਅਸੀਂ English ਸਿੱਖ ਸਕਦੇ ਹਾਂ। So here we can say we can learn English। Next sentence, Aman could not clear his exam। so Aman could not clear his exam। what does it mean? it means that he remained unable to clear his exam। means क्या कि वो अपना एग्जाम क्लियर नहीं कर सकिया, ਉਹਦੇ ਕੋਲ ability ਨਹੀਂ ਸੀ ਉਹ। ਸੋ ਪਾਸਟ ਦੇ ਲਈ ਆਪਾਂ ਜਦੋਂ ਯੂਜ਼ ਕਰਦੇ ਪਏ ਆ ਤੇ ਇਹਦਾ ਮਤਲਬ ਕਿ ਐਗਜ਼ਾਮ ਜਿਹੜਾ ਆ ਹੋ ਚੁੱਕਿਆ ਆ ਐਂਡ ਰਿਜ਼ਲਟ ਵੀ ਆ ਚੁੱਕਿਆ ਆ, ਤੇ ਇਸ ਕਰਕੇ ਰਿਜ਼ਲਟ ਜਿਹੜਾ ਕੀ ਆਇਆ ਉਸ ਦੇ ਵਿੱਚ ਐਗਜ਼ਾਮ ਕਲੀਅਰ ਨਹੀਂ ਹੋਇਆ। ਸੋ ਵੀ ਕੈਨ ਸੇ ਅਮਨ ਕੁਡ ਨਾਟ ਕਲੀਅਰ ਹਿਸ ਐਗਜ਼ਾਮ। ਉਹ ਆਪਣੇ ਐਗਜ਼ਾਮ ਨੂੰ ਕਲੀਅਰ ਨਹੀਂ ਕਰ ਸਕਿਆ। ਸੋ ਪਾਸਟ ਲਈ ਇਹਨੂੰ ਵਰਤਦੇ ਪਏ। ਦੈਨ ਸ਼ੀ ਕੁਡ ਬੀ ਇਨ ਦਾ ਕਲਾਸਰੂਮ। ਸ਼ੀ ਕੁਡ ਬੀ ਇਨ ਦਾ ਕਲਾਸਰੂਮ। ਬੀ ਮੀਨਸ ਹੋਣਾ। ਸੋ ਹੇਅਰ ਵੀ ਆਰ ਯੂਜ਼ਿੰਗ ਕੁਡ ਫॉर ਪੋਸੀਬਿਲਿਟੀ ਕਿ ਸ਼ੀ ਕੁਡ ਬੀ ਇਨ ਦਾ ਕਲਾਸਰੂਮ। ਉਹ ਕਲਾਸਰੂਮ ਵਿੱਚ ਹੋ ਸਕਦੀ ਹੈ। ਸੋ ਇੱਥੇ ਅਸੀਂ ਪੋਸੀਬਿਲਿਟੀ ਦੀ ਗੱਲ ਕਰ ਰਹੇ ਹਾਂ। ਸੋ ਇੱਥੇ ਇਹਨੂੰ ਆਪਾਂ ਜਿਹੜਾ ਕੁਡ ਨੂੰ ਐਜ਼ ਏ ਪੋਸੀਬਿਲਿਟੀ ਲਈ ਯੂਜ਼ ਕਰ ਸਕਦੇ ਹਾਂ, ਬਟ ਪੋਸੀਬਿਲਿਟੀ ਬਹੁਤ ਲੈਸ ਆ। ਵੀ ਆਰ ਜਸਟ ਸਪੋਜ਼ਿੰਗ ਸ਼ੀ ਇਜ਼ ਜਸਟ ਸਪੋਜ਼ ਟੂ ਬੀ ਇਨ ਦਾ ਕਲਾਸਰੂਮ। ਸਿਰਫ ਮੰਨਿਆ ਜਾ ਰਿਹਾ ਕਿ ਇਸ ਤਰ੍ਹਾਂ ਉਹ ਕਲਾਸਰੂਮ ਦੇ ਵਿੱਚ ਹੋ ਸਕਦੀ ਆ, ਬਟ ਜ਼ਿਆਦਾਤਰ ਚਾਂਸਸ ਨਹੀਂ ਹੈਗੇ। ਅਸੀਂ ਬਾਈ ਚਾਂਸ ਜਿਹੜਾ ਵੈਸੇ ਹੀ ਕਹਿ ਰਹੇ ਹਾਂ। So then I can drive a car। I can drive a car, it means I have ability to drive a car। so in this sentence we are again using it for our ability or capability। so ਇਸ ਦੇ ਵਿੱਚ ਅਸੀਂ ਇਹਨੂੰ again ਜਿਹੜਾ ਹੈ ਆਪਣੀ ability ਜਾਂ ਫਿਰ capability ਦੇ ਲਈ use ਕਰਦੇ ਪਏ ਹਾਂ ਕਿ ਮੇਰੇ ਕੋਲ ability ਹੈਗੀ ਆ ਕਿ ਮੈਂ ਕਾਰ ਨੂੰ ਡਰਾਈਵ ਕਰ ਸਕਦਾ ਹਾਂ। I have skills। so then could you tell me your name? could you tell me your name? so again we are here making a question, ਪੋਲਾਈਟ ਰਿਕੁਐਸਟ ਕਰ ਰਹੇ ਹਾਂ ਕਿਸੇ ਨੂੰ ਉਸ ਦਾ ਨਾਮ ਪੁੱਛਣ ਦੇ ਲਈ। ਸੋ ਉੱਥੇ ਆਪਾਂ ਕੈਨ ਨੂੰ ਵੀ ਯੂਜ਼ ਕਰ ਸਕਦੇ ਹਾਂ, ਕੁਡ ਨੂੰ ਵੀ ਯੂਜ਼ ਕੀਤਾ ਜਾ ਸਕਦਾ। ਕੁਡ ਜਿਹੜਾ ਇੱਕ ਪੋਲਾਈਟ ਐਕਸਪ੍ਰੈਸ਼ਨ ਆ, ਨਿਮਰਤਾ ਵਾਲਾ ਐਕਸਪ੍ਰੈਸ਼ਨ, ਇਸ ਕਰਕੇ ਇੱਥੇ ਕੁਡ ਯੂਜ਼ ਕਰਨਾ ਜ਼ਿਆਦਾ ਵਧੀਆ ਹੋਊਗਾ। ਐਂਡ ਦੈਨ ਦਾ ਲਾਸਟ ਸੈਂਟੈਂਸ ਇਜ਼ ਇੰਡੀਆ ਕੁਡ ਨਾਟ ਵਿਨ ਦਾ ਮੈਚ। ਇੰਡੀਆ ਕੁਡ ਨਾਟ ਵਿਨ ਦਾ ਮੈਚ। ਸੋ ਸਟੂਡੈਂਟਸ ਇੱਥੇ ਆਪਾਂ ਇਹਨੂੰ ਕਿਸ ਤਰੀਕੇ ਲਈ ਯੂਜ਼ ਕੀਤਾ ਆ, ਇਹ ਤੁਸੀਂ ਮੈਨੂੰ ਕਮੈਂਟ ਦੇ ਵਿੱਚ ਦੱਸਣਾ ਹੈ ਵੀ ਆਪਾਂ ਕਿਸ ਤਰੀਕੇ ਦੇ ਨਾਲ ਇਹਨੂੰ ਯੂਜ਼ ਕੀਤਾ। ਸੋ ਸਟੂਡੈਂਟਸ ਹੋਪ ਹੈ ਕਿ ਤੁਹਾਨੂੰ ਕੈਨ ਐਂਡ ਕੁਡ ਦੋਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋਇਆ ਹੋਊਗਾ।
ਔਰ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਹੁਣ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਸ਼ੇਅਰ ਜ਼ਰੂਰ ਕਰ ਦਿਓ, ਕਮੈਂਟ ਜ਼ਰੂਰ ਕਰ ਦਿਓ ਅਗਰ ਕੋਈ ਚੀਜ਼ ਤੁਹਾਨੂੰ ਵਧੀਆ ਲੱਗੀ ਹੈ ਜਾਂ ਫਿਰ ਕੋਈ ਤੁਹਾਡਾ ਡਾਊਟ ਹੈਗਾ ਹੈ ਤਾਂ ਵੀ, ਤਾਂ ਕਿ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਲੀਅਰ ਕਰ ਸਕਾਂ। ਸੋ ਅਗੇਨ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਦਿਓ ਅਗਰ ਤੁਸੀਂ ਇਸ ਵੀਡੀਓ ਨੂੰ ਪਸੰਦ ਕੀਤਾ ਔਰ ਤੁਸੀਂ ਹੋਰ ਇਸ ਤਰ੍ਹਾਂ ਦੀਆਂ ਵੀਡੀਓਜ਼ ਦੇਖਣਾ ਚਾਹੁੰਦੇ ਹੋ, ਬਿਕੋਜ਼ ਇਨ ਦਾ ਨੈਕਸਟ ਵੀਡੀਓ ਮੈਂ ਸਾਰੇ ਮਾਡਲਸ ਜਿਹੜੇ ਆ 1 ਬਾਈ 1 ਤੁਹਾਡੇ ਲਈ ਲੈ ਕੇ ਆਉਂਗਾ ਔਰ ਤੁਹਾਡੀ ਜਿਹੜਾ ਆਲਸ ਦਾ ਜਿਹੜਾ ਇੰਗਲਿਸ਼ ਦਾ ਡਰ ਹੈਗਾ ਉਹ ਆਪਾਂ ਦੂਰ ਕਰ ਸਕਾਂਗੇ ਔਰ ਤੁਹਾਨੂੰ ਇੰਗਲਿਸ਼ ਦੇ ਵਿੱਚ ਜਿਹੜਾ ਬੋਲਣਾ ਐਂਡ ਲਿਖਣਾ ਸਿਖਾ ਸਕਾਂਗੇ। ਸੋ ਅਗੇਨ ਪਲੀਜ਼ ਡੂ ਸਬਸਕ੍ਰਾਈਬ ਇਫ ਯੂ ਲਾਈਕ ਮਾਈ ਵੀਡੀਓ। ਥੈਂਕ ਯੂ।